बरख तब उर्दमुखी बै संतन में तन दाह दियो। जैसे लाख बेर कुरुखेतर में असमेध जंग भंग ठेयो। फुन अमृत नाम विशेषित है जिन एक बार श्री वाहिगुरु कहो। जो हमरी बिद होती मेरे सतगुरा, साभिद तुम हर जानो आपे। हम रुलते फिरते कोई बात न पूछता, गुरु सतगुरु संग की रे हम धापे। परम सत्कारयोग, परम सन्मानयोग साहिब गुरु, शब्द गुरु, धन गुरु, गुरु ग्रंथ साहिब जी के पवित्र पावन हजूर सुशोभित गुरु रूप गुरु खालसा साध संगत जियो। सतगुरां दी बख्शी दास वल्लों बुलाई गुर फतेह प्रवान करियो। वाहिगुरु जी का खालसा, वाहिगुरु जी की फतेह। जिवें कि सत्कारयोग वीर जी ने दस ही दिता है कि संमत नानकशाही 547 का अज आखिरी दिहाड़ा है और हुण तो कुछ देर बाद संमत नानकशाही 548 शुरू होगी और चेत का मुबारक महीना थोड़ी देर बाद कल चेत की संगरांद है। किसी भी कौम का अपना कैलेंडर उस कौम की अपनी वक्री पहचान का प्रतीक होंदा है। साल 2003 दे विच नानकशाही कैलेंडर की शुरुआत श्री अकाल तख्त साहिब विखे हुई। इस तो पहला ਜਿਹੜੇ ਸਾਡੇ ਤਿਉਹਾਰ ਸਨ ਉਹ ਅਸੀਂ ਬਿਕਰਮੀ ਕੈਲੰਡਰ ਦੇ ਮੁਤਾਬਕ ਮਨਾਉਂਦੇ ਸਾਂ। ਰਾਜਾ ਬਿਕਰਮਾਦਿੱਤਿਆ ਦੇ ਨਾਲ ਬਿਕਰਮੀ ਕੈਲੰਡਰ ਇੱਕ ਪਹਿਚਾਣ ਦੇ ਲਈ ਨਾਨਕਸ਼ਾਹੀ ਕੈਲੰਡਰ ਸ਼ੁਰੂ ਹੋਇਆ ਔਰ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਦੇ ਨਾਲ ਇਸ ਦਾ ਸੰਬੰਧ ਇਸ ਤਰ੍ਹਾਂ ਦੇ ਨਾਲ ਹੈ ਕਿ ਪਾਤਸ਼ਾਹ ਜੀ ਦੇ ਪਾਵਨ ਪੁਰਬ ਨੂੰ ਵੀ 548 ਵਰੇ ਹੋ ਗਏ ਨੇ। ਨਾਨਕਸ਼ਾਹੀ ਜਿਸ ਤਰ੍ਹਾਂ ਹਿਜਰੀ ਕੈਲੰਡਰ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਨਾਲ ਹੈ, ਬਿਕਰਮਾਦਿੱਤਿਆ ਦੇ ਨਾਲ ਬਿਕਰਮੀ ਕੈਲੰਡਰ ਹੈ, ਇਸ ਤਰ੍ਹਾਂ ਸਾਡਾ ਨਾਨਕਸ਼ਾਹੀ ਕੈਲੰਡਰ ਹੈ। ਨੌਜਵਾਨ ਵੀਰ ਇਹ ਵੀ ਪ੍ਰਸ਼ਨ ਕਰ ਰਹੇ ਸਨ ਕਿ ਕੀ ਸਾਡਾ ਵਰਾ ਵਿਸਾਖੀ ਤੋਂ ਸ਼ੁਰੂ ਨਹੀਂ ਹੁੰਦਾ। ਵਿਸਾਖੀ ਵਾਲਾ ਦਿਹਾੜਾ ਇੱਕ ਪ੍ਰਚਲਿਤ ਦਿਵਸ ਸੀ ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸਾਖੀ ਦੇ ਇਸ ਦਿਹਾੜੇ ਨੂੰ ਬਦਲ ਕੇ ਖਾਲਸੇ ਦਾ ਪ੍ਰਗਟ ਦਿਹਾੜਾ, ਇਹ ਦਿਹਾੜਾ ਹੁਣ ਸਾਡੇ ਲਈ ਵਿਸਾਖੀ ਨਹੀਂ ਰਿਹਾ, ਇਸ ਨੂੰ ਆਪਾਂ ਖਾਲਸੇ ਦਾ ਪ੍ਰਗਟ ਦਿਹਾੜਾ ਮਨਾਉਣਾ ਹੈ। ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਔਰ ਸਤਿਗੁਰੂ ਜੀ ਦਾ ਜਿਹੜਾ ਸੁਨੇਹਾ ਸੀ ਅਸਲ ਵਿੱਚ ਉਹ ਇਹ ਸੀ ਕਿ ਜਿੰਨੀ ਦੇਰ ਤੱਕ ਤੁਸੀਂ ਗੁਲਾਮ ਹੋ, ਗੁਲਾਮ ਹੋਣ ਦੇ ਨਾਤੇ ਤੁਸੀਂ ਆਪਣੇ ਤਿਉਹਾਰ ਮਨਾ ਰਹੇ ਹੋ, ਉਸ ਦਾ ਕੀ ਲਾਭ ਹੈ। ਕਿਉਂਕਿ ਇਸੇ ਹੀ ਮਹੀਨੇ 24 ਤਰੀਕ ਨੂੰ ਤੁਸੀਂ ਹੋਲਾ ਮਹੱਲਾ ਵੀ ਮਨਾਉਣਾ ਹੈ। ਹੋਲੀ ਦਾ ਬਦਲਿਆ ਹੋਇਆ ਰੂਪ ਹੋਲਾ ਮਹੱਲਾ। ਮੇਰੇ ਪਾਸ ਸਮਾਂ ਬਹੁਤ ਘੱਟ ਹੈ ਔਰ ਮੈਂ ਸਮੇਟਣ ਦੀ ਕੋਸ਼ਿਸ਼ ਕਰਾਂਗਾ ਕਿ ਜਿੰਨਾ ਕੁ ਆਪ ਜੀ ਦੇ ਨਾਲ ਵੱਧ ਤੋਂ ਵੱਧ ਵਿਚਾਰ ਸਾਂਝੇ ਕਰ ਸਕਾਂ। ਕਿਉਂਕਿ ਚੇਤ ਦੇ ਮੁਬਾਰਕ ਮਹੀਨੇ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 12 ਮਾਹ ਦੇ ਵਿੱਚ ਮਹੀਨਿਆਂ ਦੀ ਸ਼ੁਰੂਆਤ ਕੀਤੀ ਹੈ। ਹੁਣ ਸਮਝਣ ਵਾਲੀ ਗੱਲ ਜਿਹੜੀ ਇਹ ਹੈ, ਜਿਹੜੀ ਸਾਡੇ ਨਾਲ ਔਰ ਸਾਡੇ ਧਾਰਮਿਕ ਸਿਧਾਂਤ ਦੇ ਨਾਲ ਵਾਬਸਤਾ ਹੈ, ਉਹ ਸਮਝਣ ਵਾਲੀ ਗੱਲ ਕਿਹੜੀ ਹੈ ਕਿ ਸਤਿਗੁਰ ਨੇ ਕਿਸੇ ਖਾਸ ਦਿਨ ਨੂੰ ਮਨਾਉਣ ਤੋਂ ਮਨਾਹੀ ਕੀਤੀ ਹੈ। ਕੋਈ ਵੀ ਖਾਸ ਦਿਨ, ਕਿਉਂਕਿ ਸਿੱਖ ਲਈ ਹਰ ਦਿਨ ਹੀ ਖਾਸ ਹੈ। ਔਰ ਜਿਸ ਵਕਤ ਪਾਤਸ਼ਾਹ ਜੀ ਨੇ 12 ਮਾਹ ਸਾਨੂੰ ਦਿੱਤਾ ਹੈ ਤਾਂ ਗੱਲ ਜਿਹੜੀ ਸਭ ਤੋਂ ਪਹਿਲਾਂ ਸਮਝਾਈਏ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਆਪਾਂ ਆਪਣੇ ਕਰਮਾਂ ਕਰਕੇ ਉਸ ਅਕਾਲ ਪੁਰਖ ਤੋਂ ਵਿਛੜੇ ਹਾਂ ਔਰ ਕਿਰਪਾ ਦੇ ਨਾਲ ਮਿਲਾਂਗੇ। ਇਹਦਾ ਮਤਲਬ ਕੀ ਹੈ ਕਿ ਸਿੱਖ ਧਰਮ ਕਰਮ ਪ੍ਰਧਾਨ ਧਰਮ ਹੈ, ਜਿੱਥੇ ਜਿਹੜੀ ਗੱਲ ਕਹੀ ਜਾਂਦੀ ਹੈ ਉਹਦਾ ਪ੍ਰੈਕਟੀਕਲ ਕੀਤਾ ਜਾਂਦਾ ਹੈ। ਪ੍ਰੈਕਟੀਕਲ, ਹੁਣ ਪ੍ਰੈਕਟੀਕਲ ਕੀ ਹੈ ਮੈਂ ਸ਼ਾਰਟ ਦੇ ਵਿੱਚ ਗੱਲ ਕਰਾਂਗਾ। ਤੁਸੀਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਬਾਣੀ ਸੁਖਮਨੀ ਸਾਹਿਬ ਜੀ ਦਾ ਪਵਿੱਤਰ ਪਾਠ ਕਰਦੇ ਹੋ। ਪਾਤਸ਼ਾਹ ਜੀ ਨੇ ਉਸ ਪਵਿੱਤਰ ਪਾਠ ਦੇ ਵਿੱਚ ਇੱਕ ਮੁਬਾਰਕ ਪੰਕਤੀ ਅੰਕਿਤ ਕੀਤੀ ਹੈ, ਨਾਨਕ ਚੌਥੇ ਪਦ ਮੇ ਸੋ ਜਨ ਗਤ ਪਾਏ। ਕਿਹੜਾ ਜਨ? ਜਿਹੜਾ ਜਨ ਚੌਥੇ ਪਦ ਵਿੱਚ ਪਹੁੰਚੇਗਾ। ਤੇ ਗਤ ਕੀ ਹੈ? ਮੁਕਤੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਅਕਾਲ ਪੁਰਖ ਦੇ ਨਾਲ ਮਿਲਣਾ ਹੈ।
ਔਰ ਅਕਾਲ ਪੁਰਖ ਦੇ ਨਾਲ ਮਿਲਣ ਦੀ ਜਿਹੜੀ ਸਤਿਗੁਰ ਨੇ ਸਾਨੂੰ ਭਾਵਨਾ ਦਿੱਤੀ ਹੈ ਉਹ ਬੜੀ ਸਪਸ਼ਟ ਹੈ। ਗੁਰ ਕਿਰਪਾ ਜਹ ਨਰਕੋ ਕੀਨੀ ਤੈ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸੰਗ ਜਿਉ ਪਾਣੀ। ਪਾਣੀ ਨਾਲ ਪਾਣੀ ਜਿਸ ਤਰ੍ਹਾਂ ਮਿਲ ਜਾਂਦਾ ਨਾ, ਇੱਕਮਿਕ ਹੋ ਜਾਂਦਾ ਹੈ। ਔਰ ਬਾਬਾ ਕਬੀਰ ਨੇ ਜਿਹੜੀ ਅਕਾਲ ਪੁਰਖ ਦੇ ਨਾਲ ਮਿਲਣ ਦੀ ਕਿਰਿਆ ਦੱਸੀ ਹੈ, ਉਸ ਦੇ ਵਿੱਚ ਉਹਨਾਂ ਨੇ ਮਨੁੱਖ ਦਾ ਜਿਹੜਾ ਸਮਝੌਤਾ ਕੀਤਾ ਹੈ, ਉਹ ਕੀ ਕੀਤਾ ਹੈ? ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਸ ਤੋਂ ਪਹਿਲਾਂ ਕੋਈ ਸਮਝੌਤਾ ਨਹੀਂ। ਭਾਵ ਆਪਣੇ ਆਪ ਨੂੰ ਇੱਕ ਪਾਣੀ ਨੂੰ ਪਾਣੀ ਵਿੱਚ ਮਿਲਾਉਣ ਦੇ ਲਈ ਪਹਿਲਾਂ ਉਸ ਲੈਵਲ ਤੱਕ ਆਪਣੇ ਆਪ ਨੂੰ ਪਹਿਚਾਨਣਾ ਜਿੱਥੇ ਸਤਿਗੁਰ ਕਹਿੰਦੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੀ। ਹੁਣ ਗੱਲ ਕੀ ਹੈ? ਨਾਨਕ ਚੌਥੇ ਪਦ ਮੇ ਸੋ ਜਨ ਗਤ ਪਾਏ। ਕਿਹੜਾ ਜਨ ਜਿਹੜਾ ਚੌਥੇ ਪਦ ਵਿੱਚ ਪਹੁੰਚੇਗਾ? ਹੁਣ ਪ੍ਰਸ਼ਨ ਇਹ ਹੈ ਕਿ ਚੌਥਾ ਪਦ ਹੈ ਕਿਹੜਾ? ਕਿਉਂਕਿ ਜ਼ਾਹਿਰ ਤੌਰ ਉੱਪਰ ਸਾਡੇ ਵਿਦਿਆਰਥੀ ਵੀ ਸਾਡੇ ਪਾਸੋਂ ਇਹ ਸਵਾਲ ਪੁੱਛਦੇ ਕਿ ਚੌਥਾ ਪਦ ਕਿਹੜਾ ਜਿੱਥੇ ਜਾ ਕੇ ਸਾਨੂੰ ਗਤੀ ਮਿਲੇਗੀ, ਗਤ ਮਿਲੇਗੀ, ਮੁਕਤੀ ਮਿਲੇਗੀ। ਹੁਣ ਸਮਝਣ ਦੀ ਗੱਲ ਕੀ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 12 ਮਾਹ ਦੀ ਰਚਨਾ ਜ਼ਰੂਰ ਕੀਤੀ ਹੈ, ਲੇਕਿਨ 12 ਮਾਹ ਦੀ ਰਚਨਾ ਦੇ ਵਿੱਚ ਜਿਹੜੀ ਗੱਲ ਸਮਝਾਈ ਹੈ ਉਹ ਗੱਲ ਕਿਸੇ ਵਿਸ਼ੇਸ਼ ਤਿਥ ਤਿਉਹਾਰ ਦੀ ਨਹੀਂ ਹੈ। ਕਿਉਂਕਿ ਸਿੱਖ ਨੇ ਹਰ ਰੋਜ਼ ਹੀ ਆਪਣੇ ਗੁਰੂ ਨੂੰ ਯਾਦ ਕਰਨਾ। ਇਸ ਕਰਕੇ ਸਿੱਖ ਸੰਦਰਭ ਦੇ ਵਿੱਚ ਮੱਸਿਆ, ਸੰਗਰਾਂਦ, ਪੂਰਨਮਾਸ਼ੀ ਇਸ ਦੀ ਕੋਈ ਅਹਿਮੀਅਤ ਨਹੀਂ ਹੈ। ਮੈਂ ਗੁਰਬਾਣੀ ਦੇ ਵਿੱਚੋਂ ਸਪਸ਼ਟ ਕਰਾਂਗਾ ਆਪਣੀ ਗੱਲ, ਕੋਈ ਅਹਿਮੀਅਤ ਨਹੀਂ ਹੈ। ਕੱਲ ਨਵਾਂ ਦਿਨ ਚੜ੍ਹੇਗਾ ਜਾਂ ਨਵਾਂ ਸਾਲ ਚੜ੍ਹੇਗਾ, ਕੱਲ ਨਵਾਂ ਹਫਤਾ ਚੜ੍ਹੇਗਾ, ਮੁਬਾਰਕ ਹੈ ਸਭ ਕੁਝ। ਲੇਕਿਨ ਸਤਿਗੁਰ ਗੱਲ ਕਿਹੜੀ ਸਮਝਾਉਣਾ ਚਾਹੁੰਦੇ ਨੇ? ਯਾਦ ਰੱਖਣ ਵਾਲੀ ਕਿਹੜੀ ਗੱਲ ਹੈ? ਜੋ ਉਪਜਿਓ ਸੋ। ਜਿਹੜੀ ਸਤਿਗੁਰ ਸਮਝਾਉਣਾ ਚਾਹੁੰਦੇ ਨੇ ਉਹ ਬਿਨਸਣ ਦੀ ਗੱਲ ਹੈ। ਜਿਹੜੀ ਗੱਲ ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਕੂਚ ਰਹਿਣ। ਜਿਹੜੀ ਗੱਲ ਸਤਿਗੁਰ ਸਮਝਾਉਣਾ ਚਾਹੁੰਦੇ ਨੇ ਸੰਦਰਭ ਦੇ ਵਿੱਚ ਜਾ ਕੇ ਆਪਾਂ ਉਸ ਗੱਲ ਨੂੰ ਸਮਝਣਾ ਹੈ। ਤਾਂ ਹੀ ਆਪਾਂ ਨਵਾਂ ਵਰਾ, ਨਵੀਂ ਸਦੀ ਹੋਵੇ, ਨਵਾਂ ਵਰਾ ਹੋਵੇ, ਕੁਝ ਵੀ ਹੋਵੇ, ਇਹ ਚੜ੍ਹੇਗਾ ਔਰ ਬੀਤ ਜਾਏਗਾ। ਇਸ ਕਰਕੇ ਪਾਤਸ਼ਾਹ ਨੇ ਕੀ ਕੀਤਾ? 12 ਮਾਹਾਂ ਦੀ ਜਿਸ ਵਕਤ ਰਚਨਾ ਕੀਤੀ, ਉਸ ਵਕਤ ਸਤਿਗੁਰ ਨੇ 12 ਮਹੀਨਿਆਂ ਨੂੰ ਕਿਸ ਸੰਦਰਭ ਦੇ ਵਿੱਚ ਪੇਸ਼ ਕੀਤਾ ਹੈ? ਜਿਹੜਾ ਸੰਦਰਭ ਹੈ ਉਹ ਸਮਝਣ ਦੀ ਗੱਲ ਹੈ। ਕਿਉਂ? ਕਿਉਂਕਿ ਬਿਕਰਮੀ ਕੈਲੰਡਰ ਦੇ ਮੁਤਾਬਕ, ਹੁਣ ਮੈਂ ਆਪ ਜੀ ਨੂੰ ਇੱਕ ਇਹ ਵੀ ਗੱਲ ਸਪਸ਼ਟ ਕਰਦਾ ਚੱਲਾਂ ਕਿ ਜਿਹੜੀ ਪਹਿਲੀ ਵਿਸਾਖੀ ਸੀ ਨਾ, ਉਹ 30 ਮਾਰਚ 1699 ਵਾਲੇ ਦਿਨ ਆਈ ਸੀ। ਹੁਣ ਆਪਾਂ ਫਿਰ 13 ਅਪ੍ਰੈਲ ਨੂੰ ਮਨਾਉਂਦੇ ਰਹੇ, ਫਿਰ 14 ਅਪ੍ਰੈਲ ਨੂੰ। ਇਹਦਾ ਕਾਰਨ ਕੀ ਸੀ ਕਿ ਬਿਕਰਮੀ ਕੈਲੰਡਰ ਦੇ ਮੁਤਾਬਕ ਕਈ ਤਿਥੀਆਂ ਐਸੀਆਂ ਨੇ, ਉਹਨਾਂ ਦੇ ਕਈ ਮਹੀਨੇ 32 ਦਿਨ ਦੇ ਵੀ ਹੁੰਦੇ ਹੈ, ਔਰ ਇੱਕ ਅੱਧੀ ਵਾਰੀ ਸਾਲ ਦੇ ਕਿਵੇਂ ਕਰਨੀ, ਕੁਝ ਸਾਲਾਂ ਬਾਅਦ ਇੱਕ ਸਾਲ 13 ਮਹੀਨਿਆਂ ਦਾ ਵੀ ਹੁੰਦਾ ਹੈ। ਤਾਂ ਸਤਿਗੁਰ ਨੇ ਜਿਹੜੇ ਸਾਨੂੰ 12 ਮਹੀਨੇ ਦਿੱਤੇ ਨੇ, ਉਹਦੇ ਵਿੱਚ ਮਹੀਨਿਆਂ ਦੀ ਕਿਸ ਪੱਖੋਂ ਗੱਲ ਹੈ, ਕਿਸ ਪੱਖੋਂ ਗੱਲ ਹੈ, ਆਪਾਂ ਇਹ ਸੋਚਣਾ ਹੈ। ਕੱਲ ਚੇਤ ਦਾ ਮਹੀਨਾ ਚੜ੍ਹੇਗਾ ਨਾ, ਤੇ ਪਹਿਲੀ ਲਾਈਨ ਪੜ੍ਹੋ, ਚੇਤ ਗੋਬਿੰਦ ਅਰਾਧੀਏ ਹੋਏ ਹੋਏ ਆਨੰਦ ਕਣਾ। ਹੁਣ ਸਤਿਗੁਰ ਸਾਨੂੰ ਦੇਣਾ ਕੀ ਚਾਹੁੰਦੇ ਨੇ? ਪਾਤਸ਼ਾਹ ਸਾਨੂੰ ਆਤਮਿਕ ਤੌਰ ਉੱਪਰ ਇੱਕ ਆਨੰਦ ਦੇਣਾ ਚਾਹੁੰਦੇ ਨੇ ਕਿ ਆਨੰਦ ਦਾ ਆਪਾਂ ਜੀਵਨ ਬਤੀਤ ਕਰ ਸਕੀਏ, ਆਨੰਦ ਦੇ ਵਿੱਚ ਰਹਿ ਸਕੀਏ। ਔਰ ਆਨੰਦ ਦੀ ਉਹ ਅਵਸਥਾ ਸਾਨੂੰ ਮਿਲੇਗੀ ਕਿੱਥੇ? ਜਿੱਥੇ ਆਪਾਂ ਉਸ ਇੱਕ ਅਕਾਲ ਪੁਰਖ ਦੀ ਉਸ ਕਰਮ ਕਿਰਿਆ ਨੂੰ ਪਹਿਚਾਨਾਂਗੇ ਜਿੱਥੇ ਕਿਰਤ ਕਰਮ ਕੇ ਵਿਛੜੇ, ਔਰ ਜਿੱਥੇ ਅੱਗੇ ਚੱਲ ਕੇ ਆਖਿਰ ਵਿੱਚ ਸਤਿਗੁਰ ਕੀ ਕਹਿੰਦੇ ਨੇ ਬੜੀ ਸਪਸ਼ਟ ਭਾਵਨਾ ਦੇ ਨਾਲ ਕਿ ਮਾਹ ਦਿਵਸ ਮੂਰਤ ਭਲੇ ਜਿਸ ਕੋ ਮਾਹ ਦਿਵਸ ਮੂਰਤ ਭਲੇ। ਤੁਸੀਂ ਦਿਹਾੜਾ ਮਨਾਉਂਦੇ ਹੋ, ਤੁਸੀਂ ਮਹੀਨਾ ਮਨਾਉਂਦੇ ਹੋ, ਕੋਈ ਵੀ ਦਿਨ ਮਨਾ ਲਓ, ਕੋਈ ਵੀ ਦਿਹਾੜਾ ਮਨਾ ਲਓ, ਲੇਕਿਨ ਸਤਿਗੁਰ ਜੀ ਕਹਿੰਦੇ ਨੇ ਕਿ ਭਲਾ ਦਿਵਸ ਕਿਹੜਾ ਹੈ? ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ ਕਰ ਕਿਰਪਾ ਮੇਲੋ ਰਾਮ। ਇੱਕ ਅਕਾਲ ਪੁਰਖ ਦੀ, ਇੱਕ ਗੁਰੂ ਦੀ ਆਪਾਂ ਕਿਰਪਾ ਦੇ ਪਾਤਰ ਹੋਣਾ ਹੈ। ਔਰ ਜਿੰਨੀ ਦੇਰ ਤੱਕ ਇੱਕ ਅਕਾਲ ਪੁਰਖ ਦੀ ਕਿਰਪਾ ਦੇ ਆਪਾਂ ਪਾਤਰ ਨਹੀਂ ਹੋ ਜਾਂਦੇ, ਉਨੀ ਦੇਰ ਤੱਕ ਗੱਲ ਸਪਸ਼ਟ ਨਹੀਂ ਲੱਗਦੀ ਹੁੰਦੀ। ਹੁਣ ਸਪਸ਼ਟ ਗੱਲ ਕਿਸ ਤਰ੍ਹਾਂ ਹੈ ਕਿ ਪਾਤਸ਼ਾਹ ਜੀ ਨੇ 12 ਮਾਹ ਲਿਖਿਆ, ਕੱਲ ਚੇਤ ਦਾ ਮਹੀਨਾ ਚੜ੍ਹ ਰਿਹਾ, ਬੜੀ ਮੁਬਾਰਕ ਗੱਲ ਹੈ। ਲੇਕਿਨ ਇਸ ਦੇ ਵਿੱਚ ਰੁੱਤਾਂ ਦਾ ਜ਼ਿਕਰ ਕੀ ਦੁਨਿਆਵੀ ਰੁੱਤਾਂ ਦੇ ਨਾਲ ਹੈ? ਹੁਣ ਆਪਾਂ ਇਹਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ? ਇਸ ਵਾਰੀ ਦੀ ਜਿਹੜਾ ਹਾੜ੍ਹ ਦਾ ਮਹੀਨਾ ਚੜ੍ਹਿਆ ਸੀ ਨਾ ਜਿਸ ਵਕਤ, ਤਾਂ ਮੈਂ ਇੱਕ ਐਸੇ ਮੁਲਕ ਦੇ ਵਿੱਚ ਸਾਂ ਜਿੱਥੇ ਬੜੀ ਠੰਡ ਪੈਂਦੀ ਹੈ ਉਸ ਵਕਤ, ਹਾੜ੍ਹ ਦਾ ਮਹੀਨਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਆਸਾੜ ਤਪੰਦਾ ਤਿਸ ਲਗੇ ਹਰ ਨਾਉ ਨਾ ਜਿਨ੍ਹਾਂ ਪਾਸ। ਹੁਣ ਇਸੇ ਮੁਬਾਰਕ ਪੰਕਤੀ ਵਿੱਚ ਸਤਿਗੁਰ ਕਹਿੰਦੇ ਨੇ ਆਸਾੜ ਤਪੰਦਾ ਤਿਸ ਲਗੇ ਹਰ ਨਾਉ ਨ ਜਿਨ੍ਹਾਂ ਪਾਸ, ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ। ਹੁਣ ਆਸਾੜ ਤਪੰਦਾ ਤਿਸ ਲਗੇ ਔਰ ਆਸਾੜ ਸੁਹੰਦਾ ਤਿਸ ਲਗੇ, ਇਹ ਦੋ ਅਵਸਥਾਵਾਂ ਨੇ। ਹੁਣ ਜੇ ਸਮਝਣ ਦੇ ਵਿੱਚ ਆਪਾਂ ਸਮਝੀਏ ਤਾਂ ਦੋ ਅਵਸਥਾਵਾਂ ਕਿਹੜੀਆਂ ਨੇ? ਇੱਕ ਮਨਮੁਖ ਦੀ ਹੋ ਸਕਦੀ, ਇੱਕ ਗੁਰਮੁਖ ਦੀ ਹੋ ਸਕਦੀ। ਆਸਾੜ ਤਪੰਦਾ ਤਿਸ ਲਗੇ ਕਿਹਨੂੰ? ਹਰ ਨਾਉ ਨ ਜਿਨ੍ਹਾਂ ਪਾਸ। ਕਿਸ ਦੇ ਕੋਲ ਹਰ ਨਾਉ ਨਹੀਂ ਹੈ? ਮਨਮੁਖ ਦੇ ਕੋਲ। ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ।
ਤੇ ਜਿਸ ਜਗ੍ਹਾ ਉੱਪਰ ਮੈਂ ਇਸ ਵਾਰੀ ਇਸੇ ਅਸਾੜ ਦੇ ਮਹੀਨੇ ਸੀ, ਉੱਥੇ ਬੜੀ ਠੰਡ ਪੈ ਰਹੀ ਸੀ। ਹੁਣ ਇਸ ਦਾ ਭਾਵ ਮਤਲਬ ਕੀ ਹੈ? ਤਾਂ ਉੱਥੇ ਮੈਨੂੰ ਫਿਰ ਪ੍ਰਸ਼ਨ ਪੁੱਛਿਆ ਗਿਆ। ਹੁਣ ਜ਼ਾਹਿਰ ਤੌਰ ਪਰ ਗਰਮੀ ਦੀ ਰੁੱਤ ਹੈ, ਸਰਦੀ ਦੀ ਰੁੱਤ ਹੈ। ਗਰਮੀ ਦੀ ਰੁੱਤ ਦੇ ਵਿੱਚ ਜਾਂ ਸਰਦੀ ਦੇ ਰੁੱਤ ਵਿੱਚ ਓਨੀ ਹੀ ਗਰਮੀ ਇੱਕ ਮਨਮੁਖ ਨੂੰ ਲੱਗੇਗੀ ਜਿੰਨੀ ਗੁਰਮੁਖ ਨੂੰ ਲੱਗੇਗੀ ਜਿਸਮਾਨੀ ਤੌਰ ਪਰ। ਓਨੀ ਹੀ ਸਰਦੀ ਇੱਕ ਮਨਮੁਖ ਨੂੰ ਲੱਗੇਗੀ, ਓਨੀ ਹੀ ਸਰਦੀ ਇੱਕ ਗੁਰਸਿੱਖ ਨੂੰ ਲੱਗੇਗੀ। ਤੇ ਫਿਰ ਪਾਤਸ਼ਾਹ ਕੀ ਕਹਿ ਰਹੇ ਨੇ? ਅਸਾੜ ਤਪੰਦਾ ਤਿਸ ਲੱਗੇ। ਹੁਣ ਗੱਲ ਆਪਾਂ ਕਿਹੜੀ ਸਮਝਣੀ ਹੈ? ਉਸ ਮੁਲਕ ਵਿੱਚ ਜਿੱਥੇ ਮੈਂ ਗਿਆ ਉੱਥੇ ਬੜੀ ਠੰਡ ਪੈ ਰਹੀ ਸੀ, ਤੇ ਕਹਿਣ ਲੱਗੇ ਕਿ ਸਤਿਗੁਰੂ ਜੀ ਨੇ ਬਾਣੀ ਜਿਹੜੀ ਹੈ ਉਹ ਹਿੰਦੁਸਤਾਨ ਦੀ ਧਰਤੀ ਜਿੱਥੇ ਬੈਠ ਕੇ ਉਚਾਰੀ ਗਈ ਹੈ। ਜ਼ਾਹਰ ਤੌਰ ਉੱਪਰ ਉੱਥੇ ਅਸਾੜ ਦੇ ਮਹੀਨੇ ਵਿੱਚ ਗਰਮੀ ਹੈ, ਲੇਕਿਨ ਜਿਸ ਜਗ੍ਹਾ ਉੱਪਰ ਹੁਣ ਦੇਖਣਾ, ਜਿਸਮਾਨੀ ਤੌਰ ਉੱਪਰ ਬਾਣੀ ਨੂੰ ਆਪਾਂ ਸਮਝਣਾ ਹੈ, ਲੇਕਿਨ ਆਤਮਿਕ ਅਵਸਥਾ ਦੇ ਵਿੱਚ। ਹੁਣ ਤੂੰ ਬੱਤੀ ਬੁਝਾ ਦਿਓ ਤੁਸੀਂ, ਤੇ ਬੱਤੀ ਬੁਝਾਉਣ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਜਿਹੜੇ ਗੁਰਸਿੱਖ ਬੈਠੇ ਉਹਨਾਂ ਨੂੰ ਨਜ਼ਰ ਆਏਗਾ ਤੇ ਜਿਹੜੇ ਮਨਮੁਖ ਬੈਠੇ ਉਹਨਾਂ ਨੂੰ ਨਜ਼ਰ ਨਹੀਂ ਆਏਗਾ, ਦੋਨਾਂ ਨੂੰ ਨਜ਼ਰ ਨਹੀਂ ਆਏਗਾ। ਬੱਤੀ ਬੁਝਾ ਦਿਓ ਤੁਸੀਂ, ਗਰਮੀ ਹੋ ਜਾਏਗੀ। ਤੁਸੀਂ ਪੱਖੇ ਲਗਾਏ ਨੇ ਗੁਰਦੁਆਰੇ ਦੇ ਵਿੱਚ, ਗਰਮੀ ਹੋਏਗੀ, ਤੁਸੀਂ ਪੱਖੇ ਚਲਾ ਲੋਗੇ। ਇਹਦਾ ਮਤਲਬ ਇਹ ਤਾਂ ਨਹੀਂ ਕਿ ਜੇ ਅਸੀਂ ਪਾਠ ਕਰ ਰਹੇ ਹੋਵਾਂਗੇ ਤੇ ਗਰਮੀ ਹੋਏਗੀ ਤੇ ਸਾਨੂੰ ਪੱਖਿਆਂ ਦੀ ਲੋੜ ਨਹੀਂ ਪਵੇਗੀ। ਕਦੀ ਸੋਚਣਾ ਆਪਾਂ ਗੱਲ ਨੂੰ ਸਮਝਣਾ ਹੈ। ਤਾਂ ਹੁਣ ਸਤਿਗੁਰੂ ਜੀ ਕਿਸ ਅਸਾੜ ਦੀ ਗੱਲ ਕਰ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ? ਕਿਉਂਕਿ ਚੇਤ ਦੇ ਮਹੀਨੇ ਦੇ ਵਿੱਚ ਮੈਂ ਸ਼ੁਰੂਆਤ ਵਕਤ ਕਹਿ ਦਿੱਤਾ ਕਿ ਹੋਏ ਆਨੰਦ ਘੜਾ। ਸਤਿਗੁਰੂ ਜੀ ਸਾਨੂੰ ਆਨੰਦ ਦੇਣਾ ਚਾਹੁੰਦੇ ਨੇ, ਲੇਕਿਨ ਇਹ ਆਨੰਦ ਦੀ ਅਵਸਥਾ ਪ੍ਰਵਾਨ ਕਿਸ ਤਰ੍ਹਾਂ ਹੋਏਗੀ? ਆਸਾੜ ਤਪੰਦਾ ਤਿਸ ਲਗੇ ਹਰ ਨਾਉ ਨ ਜਿੰਨਾ ਪਾਸ। ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਨਹੀਂ ਉਹਨਾਂ ਨੂੰ ਆਸਾੜ। ਪਰ ਇਹ ਕਿਹੜਾ ਆਸਾੜ ਹੈ? ਤਾਂ ਮਾਫੀ ਚਾਹਾਂਗਾ, ਇਹ ਵਿਕਾਰਾਂ ਦਾ ਆਸਾੜ ਹੈ। ਜਿਹੜੇ ਸਾਡੇ ਅੰਦਰ ਵਿਕਾਰ ਨੇ ਉਹ ਸਾਨੂੰ ਅੰਦਰੋਂ ਸਾੜਦੇ ਨੇ। ਮੇਰੇ ਪਾਸ ਆ ਕੁਝ ਲੋਕ ਆਏ, ਆਪਾਂ ਹੁਣ ਅੱਜ ਕੱਲ੍ਹ ਬਾਣੀ ਦੇ ਉੱਤੇ ਵੀ ਬੜਾ ਕਿੰਤੂ ਪ੍ਰੰਤੂ ਕਰ ਰਹੇ ਹਾਂ, ਤੇ ਆ ਕੇ ਬਹਿਸ ਕਰਨ ਲੱਗੇ ਕਿ ਆ ਜਿਹੜੀ ਆਪਾਂ ਚੌਪਈ ਸਾਹਿਬ ਜੀ ਦਾ ਪਾਠ ਕਰਦੇ ਇੱਕ ਸ਼ਰਧਾ ਤੋੜਨ ਦੀ ਗੱਲ ਹੈ ਕਿ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਨਹੀਂ ਹੈ। ਤੇ ਕਾਰਨ ਕੀ ਦਿੱਤਾ ਉਹਨਾਂ ਨੇ? ਜਿਹੜਾ ਮੇਰੇ ਨਾਲ ਗੱਲ ਕਰਨ ਆਏ ਸਨ, ਉਹ ਸਾਡੀ ਇੱਕ ਬੜੀ ਅੱਛੀ ਪ੍ਰਚਾਰਕ ਜਮਾਤ ਹੈ। ਕਹਿਣ ਲੱਗੇ ਜੀ ਸਤਿਗੁਰੂ ਜੀ ਕਹਿ ਰਹੇ ਨੇ ਕਿ ਦੁਸ਼ਟ ਜਿਤੈ ਉਠਵਤ ਉਠਪਾਤਾ। ਆਪਾਂ ਚੌਪਈ ਸਾਹਿਬ ਜੀ ਦਾ ਜਦੋਂ ਪਾਠ ਕਰਦੇ ਹਾਂ, ਅਸਲ ਵਿੱਚ ਚੌਪਈ ਬੇਨਤੀ ਹੈ। ਜਿੱਥੇ ਆਪਾਂ ਬੇਨਤੀ ਕਰ ਰਹੇ ਹਾਂ, ਹਮਰੀ ਕਰੋ ਹਾਥ ਦੇ ਰੱਛਾ, ਇਹ ਬੇਨਤੀ ਹੈ। ਪੂਰਨ ਹੋਏ ਚਿੱਤ ਕੀ ਇੱਛਾ, ਇਹ ਬੇਨਤੀ ਹੈ। ਔਰ ਬੇਨਤੀਆਂ ਕਰਦੇ ਕਰਦੇ ਸਤਿਗੁਰ ਕੀ ਬੇਨਤੀ ਕਰਦੇ ਨੇ? ਪਾਤਸ਼ਾਹ ਕਹਿੰਦੇ ਨੇ ਅਬ ਰੱਛਾ ਮੇਰੀ ਤੁਮ ਕਰੋ। ਤੇ ਕਿਸ ਤਰ੍ਹਾਂ ਰੱਛਾ ਮੇਰੀ ਕਰੋ? ਸਿੱਖ ਉਭਾਰ ਅਸਿੱਖ ਸੰਗਰੋ। ਹੁਣ ਆਪ ਤਾਂ ਮੇਰੇ ਤੋਂ ਬਿਹਤਰ ਜਾਣਦੇ ਹੋ ਕਿ ਇੱਕ ਧਰਮ ਐਸਾ ਵੀ ਹੈ ਜਿਹੜੇ ਦੂਸਰੇ ਧਰਮਾਂ ਵਾਲੇ ਨੂੰ ਕਾਫਰ ਕਹਿੰਦੇ ਨੇ, ਤੇ ਕਾਫਰ ਕਹਿ ਕੇ ਕਹਿੰਦੇ ਨੇ ਮਾਰ ਦਿਓ ਇਹਨਾਂ ਨੂੰ। ਤੇ ਉਹ ਫਿਰ ਜਿਹੜੇ ਮੇਰੇ ਨਾਲ ਬਹਿਸ ਕਰ ਰਹੇ ਸਨ ਉਹ ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਤਾਂ ਉਹੀ ਕਹਿ ਰਹੇ ਨੇ ਨਾ, ਸਿੱਖ ਉਭਾਰ ਅਸਿੱਖ ਸੰਗਰੋ। ਸੰਘਰੋ ਦਾ ਮਤਲਬ ਹੁੰਦਾ ਹੈ, ਹੁਣ ਜਿੱਥੋਂ ਤੁਸੀਂ ਬਹੁਤ ਸਾਰੀਆਂ ਸੰਗਤਾਂ ਸਾਡੀ ਉਸ ਜਗ੍ਹਾ ਤੋਂ ਆਈਆਂ ਨੇ ਜਿੱਥੇ ਸੰਗ ਪੱਥਰ ਨੂੰ ਕਿਹਾ ਜਾਂਦਾ, ਆਪ ਜਾਣਦੇ ਹੀ ਹੋ। ਸੰਘਹਾਰ ਜਿਹੜੇ ਬਲਾਤਕਾਰ ਕਰਦੇ ਨੇ ਉਹਨੂੰ ਪੱਥਰ ਮਾਰ ਮਾਰ ਕੇ ਇਸਲਾਮਿਕ ਸ਼ਰ੍ਹਾ ਦੇ ਮੁਤਾਬਕ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ। ਤਾਂ ਸਿੱਖ ਉਭਾਰ ਉਹ ਕਹਿੰਦੇ ਨੇ, ਫਿਰ ਉਹ ਵੀ ਇਹੀ ਕਹਿ ਰਹੇ ਨੇ ਜਿਹੜੇ ਕਾਫਰ ਨੇ ਉਹਨਾਂ ਨੂੰ ਮਾਰ ਦਿਓ, ਭਾਵ ਜਿਹੜੇ ਸਾਡੇ ਧਰਮ ਦੇ ਵਿੱਚ ਨਹੀਂ। ਤਾਂ ਸਤਿਗੁਰੂ ਵੀ ਉਹੀ ਕਹਿ ਰਹੇ ਨੇ ਕਿ ਸਿੱਖ ਉਭਾਰ ਆਸਿੱਖ ਸੰਗਰੋ। ਹੁਣ ਜਿੰਨੀ ਦੇਰ ਤੱਕ ਆਪਾਂ ਬਾਣੀ ਦੀ ਅੰਤਰੀਬ ਭਾਵਨਾ ਦੇ ਵਿੱਚ ਨਹੀਂ ਜਾਵਾਂਗੇ ਨਾ ਕਿ ਸਤਿਗੁਰ ਕਹਿਣਾ ਕੀ ਚਾਹੁੰਦੇ ਨੇ, ਕਿਉਂਕਿ ਸਿੱਖ ਦਾ ਦੁਸ਼ਮਣ ਕੋਈ ਨਹੀਂ ਹੈ। ਔਰ ਸਤਿਗੁਰ ਬੜੀ ਸਪਸ਼ਟ ਭਾਵਨਾ ਦੇ ਨਾਲ ਗੱਲ ਸਮਝਾਉਂਦੇ ਨੇ, ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਲ। ਇਹਦਾ ਮਤਲਬ ਕੀ ਹੈ? ਆਪਾਂ ਕਿਸੇ ਨੂੰ ਧਾਰ ਕੇ ਚੱਲ ਰਹੇ ਹਾਂ ਵੀ ਆ ਮੇਰਾ ਬਹੁਤ ਵਧੀਆ ਮਿੱਤਰ ਹੈ, ਆ ਮੇਰਾ ਦੁਸ਼ਮਣ ਨੰਬਰ 1 ਹੈ, ਜਦੋਂ ਮੌਕਾ ਮਿਲੇ ਤੇ ਇਹਦੇ ਕੋਲ ਬਦਲ ਲਊਂਗਾ। ਇਹਦਾ ਮਤਲਬ ਆਪਾਂ ਧਾਰ ਕੇ ਚੱਲ ਰਹੇ ਹਾਂ। ਸਤਿਗੁਰ ਕਹਿੰਦੇ ਧਾਰਨਾ ਨਹੀਂ। ਕਿਉਂ? ਕਿਉਂਕਿ ਸਿੱਖ ਦਾ ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ। ਬੜੀ ਸਪਸ਼ਟ ਗੱਲ ਹੈ। ਇਹਦਾ ਬੜਾ ਇੱਕ ਲੰਬਾ ਵਿਸ਼ਾ ਹੈ, ਬੜਾ ਵਕਤ ਦੀ ਮੰਗ ਕਰਦਾ ਹੈ। ਹੁਣ ਸਿੱਖ ਉਭਾਰ ਅਸਿੱਖ ਸੰਘਰੋ, ਆਤਮਿਕ ਪੱਖੋਂ ਇਹਦਾ ਮਤਲਬ ਕੀ ਹੈ? ਇਹਦਾ ਜਿਸਮਾਨੀ ਕਿਤੇ ਵੀ ਕੋਈ ਸੰਬੰਧ ਨਹੀਂ ਹੈ। ਔਰ ਜੇ ਆਪਾਂ ਅੱਖਰੀ ਅਰਥ ਲਵਾਂਗੇ ਤਾਂ ਇਹੀ ਅਰਥ ਨਿਕਲੇਗਾ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਉਭਾਰ ਦਿਓ। ਸਿੱਖ ਭਾਵ ਜਿਹੜੇ ਸਿੱਖ ਨਹੀਂ ਹੈ ਉਹਨਾਂ ਦਾ ਸੰਘਾਰ ਕਰ ਦਿਓ, ਭਾਵ ਪੱਥਰ ਮਾਰ ਕੇ ਮਾਰ ਦਿਓ ਉਹਨਾਂ ਨੂੰ। ਨਹੀਂ, ਆਤਮਿਕ ਭਾਵਨਾ ਦੇ ਵਿੱਚ ਆਪਾਂ ਗੱਲ ਸਪਸ਼ਟ ਕਰ ਰਹੇ ਹਾਂ। ਗੁਰਮੁਖ ਦੀ ਔਰ ਮਨਮੁਖ ਦੀ ਦੋਨਾਂ ਦੀ ਸਰੀਰਕ ਅਵਸਥਾ ਇੱਕੋ ਹੀ ਹੁੰਦੀ ਹੈ, ਲੇਕਿਨ ਆਤਮਿਕ ਪੱਖੋਂ ਉਹ ਅਵਸਥਾ ਉਦੋਂ ਬਦਲ ਜਾਂਦੀ ਹੈ ਜਦੋਂ ਮਨਮੁਖ ਮਨ ਕਰਕੇ ਮਨਮੁਖ ਹੋ ਜਾਂਦਾ ਗੁਰਮੁਖ, ਕਿਉਂਕਿ ਮਨ ਹੀ ਮਨਮੁਖ ਹੈ ਔਰ ਮਨ ਹੀ ਗੁਰਮੁਖ ਹੈ। ਤੇ ਫਿਰ ਇਹਦਾ ਮਤਲਬ ਕੀ ਹੈ? ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ। ਜਿਹੜੇ ਮੇਰੇ ਅੰਦਰ ਸਿੱਖੀ ਦੇ ਗੁਣ ਨੇ ਉਭਾਰ ਦਿਓ। ਸਿੱਖ ਸੰਘਰੋ, ਜਿਹੜੇ ਮੇਰੇ ਅੰਦਰ ਸਿੱਖੀ ਦੇ ਗੁਣ ਨੇ ਨਾ, ਜਿਹੜੇ ਮੈਨੂੰ ਸਿੱਖ ਨਹੀਂ ਬਣਨ ਦੇ ਰਹੇ, ਜਿਹੜੇ ਮੇਰੇ ਅੰਦਰ ਜਾਤ ਪਾਤ ਪੈਦਾ ਕਰ ਰਹੇ ਨੇ, ਜਿਹੜੇ ਮੇਰੇ ਅੰਦਰ ਵਕਾਰ ਪੈਦਾ ਕਰ ਰਹੇ ਨੇ, ਜਿਹੜੇ ਮੇਰੇ ਅੰਦਰ ਕ੍ਰੋਧ ਪੈਦਾ ਕਰ ਰਹੇ ਨੇ, ਜਿਹੜੇ ਮੇਰੇ ਅੰਦਰ ਲੋਭ ਪੈਦਾ ਕਰ ਰਹੇ ਨੇ, ਇਹ ਸਾਰੇ
ਉਹ ਵਕਾਰੀ ਆਸਿੱਖੀ ਦੇ ਗੁਣ ਨੇ। ਤੇ ਸਤਿਗੁਰ ਕਹਿੰਦੇ ਨੇ ਆਸਿਕ ਸੰਗਰੋ, ਇਹਨਾਂ ਨੂੰ ਅੰਦਰ ਹੀ ਮਾਰ ਦਿਓ। ਤੁਸੀਂ ਇੱਕ ਬਾਣੀ ਪੜ੍ਹਦੇ ਹੋ ਨਾ, ਜਿਹਦੇ ਵਿੱਚ ਸਤਿਗੁਰੂ ਜੀ ਬੜੀ ਸਪਸ਼ਟ ਭਾਵਨਾ ਦੇ ਵਿੱਚ ਕਹਿੰਦੇ ਨੇ ਕਿ ਤੂੰ ਵਿਸਰੇ ਤਾਂ ਸਭ ਕੋਈ ਲਾਗੋ। ਲਾਗੋ ਦਾ ਕੀ ਮਤਲਬ ਹੁੰਦਾ? ਡਿਕਸ਼ਨਰੀ ਦੇਖਣਾ। ਚੀਤ ਆਵੇ ਤਾਂ ਸੇਵਾ। ਲਾਗੋ ਦਾ ਮਤਲਬ ਹੁੰਦਾ ਦੁਸ਼ਮਣ। ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਣ। ਲਾਗੂ ਗੁਰਮਤਿ ਵਿੱਚ ਮਤਲਬ ਹੈ ਦੁਸ਼ਮਣ। ਤੂੰ ਵਿਸਰੇ ਤਾਂ ਸਭ ਕੋਈ ਲਾਗੂ। ਜਦੋਂ ਤੂੰ ਵਿਸਰ ਜਾਂਦਾ ਨਾ ਤਾਂ ਫਿਰ ਮੇਰੇ ਦੁਸ਼ਮਣ ਬਣ ਜਾਂਦੇ ਨੇ। ਕਿਹੜੇ? ਆ ਵਿਕਾਰ। ਚੀਤ ਆਵੇ ਤਾਂ ਸੇਵਾ। ਜਦੋਂ ਤੂੰ ਮੈਨੂੰ ਚਿੱਤ ਆਉਂਦਾ ਤਾਂ ਇਹੀ ਵਿਕਾਰ ਮੇਰੀ ਸੇਵਾ ਕਰਦੇ ਨੇ। ਇਹ ਕਾਮ ਮੇਰੀ ਗ੍ਰਸਤ ਚਲਾਉਂਦਾ ਹੈ, ਕ੍ਰੋਧ ਮੇਰੇ ਅੰਦਰ ਵੀਰ ਰਸ ਪੈਦਾ ਕਰਦਾ, ਲੋਭ ਪਿਆਰ ਪੈਦਾ ਕਰਦਾ। ਔਰ ਇਹਨਾਂ ਦੀ ਜਿਹੜੀ ਐਕਸੈਸ ਭਾਵਨਾ ਹੁੰਦੀ ਹੈ ਨਾ, ਉਹ ਵਿਕਾਰ ਬਣ ਜਾਂਦੀ ਹੈ ਜਦੋਂ ਇਹਨਾਂ ਨੂੰ ਖੁੱਲ੍ਹਿਆਂ ਛੱਡ ਦਿਓ। ਇੱਕ ਬੜਾ ਅਲੱਗ ਵਿਸ਼ਾ ਹੈ, ਆਪਾਂ ਆਤਮਿਕ ਪੱਖੋਂ ਗੱਲ ਕਰ ਰਹੇ ਹਾਂ। ਹੁਣ ਸਤਿਗੁਰ ਕਹਿੰਦੇ ਆਸਾੜ ਤਪੰਦਾ ਤਿਸ ਲਗੇ, ਹਰ ਨਾਉ ਨਾ ਜਿਨ੍ਹਾਂ ਪਾਸ। ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਨਹੀਂ, ਉਹਨਾਂ ਦੇ ਅੰਦਰ ਆ ਵਿਕਾਰ ਉਹਨਾਂ ਨੂੰ ਤਪਣਗੇ, ਤਪਾਉਣਗੇ, ਖਪਾਉਣਗੇ, ਉਹਨਾਂ ਨੂੰ ਕ੍ਰੋਧਿਤ ਕਰਨਗੇ, ਉਹਨਾਂ ਨੂੰ ਲੋਭੀ ਕਰਨਗੇ, ਉਹਨਾਂ ਨੂੰ ਮੋਹੀ ਕਰਨਗੇ। ਤੇ ਫਿਰ ਮੈਂ ਨਾਲ ਹੀ ਇੱਕ ਗੱਲ ਸਪਸ਼ਟ ਭਾਵਨਾ ਦੇ ਵਿੱਚ ਕਰ ਰਿਹਾ ਸੀ ਕਿ ਸਤਿਗੁਰੂ ਜੀ ਨੇ ਸਾਨੂੰ ਇਹ ਸੁਨੇਹਾ ਦਿੱਤਾ ਹੈ, ਨਾਨਕ ਚੌਥੇ ਪਦ ਮੇ ਸੋ ਜਨ ਗਤ ਪਾਏ। ਸੋ ਜਨ ਕਿਹੜਾ ਜਨ? ਜਿਹੜਾ ਚੌਥੇ ਪਦ ਵਿੱਚ ਪਹੁੰਚੇਗਾ ਤੇ ਗਤੀ ਮਿਲੇਗੀ ਉਸ ਨੂੰ, ਜਿਹੜਾ ਚੌਥੇ ਜਨ ਵਿੱਚ, ਜਿਹੜਾ ਚੌਥੇ ਰੁਤਬੇ ਵਿੱਚ ਪਹੁੰਚੇਗਾ। ਲੇਕਿਨ ਚੌਥਾ ਰੁਤਬਾ ਹੈ ਕੀ? ਤਾਂ ਫਿਰ ਆਪਾਂ ਗੁਰਮਤ ਦੇ ਵਿੱਚੋਂ ਲੈਂਦੇ ਹਾਂ ਚੌਥਾ ਰੁਤਬਾ, ਤੁਰੀਆ ਰੁਤਬਾ, ਜਿਸ ਨੂੰ ਆਪਾਂ ਕਹਿੰਦੇ ਹਾਂ, ਜਿਸ ਦੇ ਵਿੱਚ ਮਾਇਆ ਦੇ 3 ਰੂਪ ਹੁੰਦੇ ਹੈ, ਰਜੋ, ਸਤੋ ਔਰ ਤਮੋ। एक ਵੱਖਰਾ ਵਿਸ਼ਾ ਔਰ ਲੰਬਾ ਵਿਸ਼ਾ ਹੈ, ਲੇਕਿਨ ਆਪਾਂ ਜਾਣਦੇ ਹਾਂ ਸਾਰੇ ਕਿ ਰਜੋ, ਤਮੋ, ਸਤੋ ਇਹ ਮਾਇਆ ਦੇ ਜਿਹੜੇ 3 ਰੂਪ ਨੇ। ਇਹਨਾਂ 3 ਰੂਪਾਂ ਤੋਂ ਬਾਅਦ ਚੌਥਾ ਅਹੁਦਾ ਹੁੰਦਾ ਹੈ। ਹੁਣ ਇਹ ਮਾਇਆ ਦੇ 3 ਰੂਪ ਕੀ ਨੇ? ਰਜੋ, ਰਜ, ਰਾਜ ਕਰਕੇ ਵੀ ਜਦੋਂ ਰੱਜ ਨਹੀਂ ਆਉਂਦਾ, ਸਤਿਗੁਰੂ ਜੀ ਸਪਸ਼ਟ ਕਰਦੇ ਨੇ, ਸਹਿਸ ਖਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਤ੍ਰਿਪਤੀ ਆਉਂਦੀ ਨਹੀਂ ਹੈ। ਤਾਂ ਜਦੋਂ ਤ੍ਰਿਪਤੀ ਨਾ ਆਵੇ ਉਸ ਵਕਤ ਸਮਝੋ ਉਹ ਰਜੋ ਗੁਣ ਦੇ ਵਿੱਚ ਹੈ। ਤਪੋ, ਤਮਾ, ਸਤੋ, ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਮਾਇਆ ਦੀ 3 ਰੂਪ ਨੇ, ਇਹਨਾਂ ਨੂੰ ਤੁਰੀਆ ਕਿਹਾ ਹੈ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਹੋਣਾ ਨੇ। ਤੇ ਚੌਥਾ ਪਦ ਕਿਹੜਾ? ਜਿਸ ਪਦ ਵਿੱਚ ਸਤਿਗੁਰੂ ਜੀ ਸਾਨੂੰ ਪਹੁੰਚਾਉਣਾ ਚਾਹੁੰਦੇ ਨੇ, ਔਰ ਉਸ ਅਵਸਥਾ ਅੰਦਰ ਅਗਰ ਕੋਈ ਪਹੁੰਚ ਗਿਆ ਤਾਂ ਉਹ ਸਹੀ ਮਾਇਨੇ ਵਿੱਚ ਆਨੰਦ ਦੀ ਅਵਸਥਾ ਹੈ। ਤੇ ਚੌਥੀ ਆਨੰਦ ਦੀ ਅਵਸਥਾ ਕਿਹੜੀ ਹੈ? ਬਾਬਾ ਰਵਿਦਾਸ ਜੀ ਉਹਦਾ ਜ਼ਿਕਰ ਕਰਦੇ ਨੇ, ਜਿੱਥੇ ਮਨੁੱਖ ਹਰ ਪੱਖੋਂ ਵਿਕਾਰ, ਮੋਹ ਔਰ ਕਿਸੇ ਵੀ ਕਿਸਮ ਦੀ ਉਹ ਭਾਵਨਾ ਜਿਹੜੀ ਮਾਇਆ, ਕਿਉਂਕਿ ਮਾਇਆ ਕਰੰਸੀ ਨਹੀਂ ਹੈ। ਆਪਾਂ ਇਸ ਬੜੀ ਵੱਡੀ ਗਲਤਫਹਿਮੀ ਦੇ ਵਿੱਚ ਬੈਠੇ ਹਾਂ ਕਿ ਮਾਇਆ ਕਰੰਸੀ ਹੈ। ਮਾਇਆ ਕੀ ਹੈ? ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋਣ ਦੀ ਅਵਸਥਾ ਜਿਹੜੀ ਹੈ ਉਹ ਚੌਥਾ ਪਦ ਹੈ, ਜਿਸ ਨੂੰ ਬਾਬਾ ਰਵਿਦਾਸ ਜੀ ਨੇ ਬੜੀ ਸਪਸ਼ਟ ਭਾਵਨਾ ਦੇ ਵਿੱਚ ਕਿਹਾ ਹੈ। ਪੜ੍ਹੋ, ਇੱਕ ਸ਼ਬਦ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਉਸ ਦੇ ਵਿੱਚ ਬਾਬਾ ਰਵਿਦਾਸ ਜੀ ਕੀ ਕਹਿੰਦੇ ਨੇ ਕਿ ਜਬ ਕਿਛ ਪਾਵਤ ਤਬ ਗਰਭ ਕਰਤ ਹੈ। ਜਬ ਕਿਛ ਪਾਵਤ ਤਬ ਗਰਭ ਕਰਤ ਹੈ। ਜਬ ਕਿਛ ਪਾਵਤ ਤਬ ਗਰਭ ਕਿਉਂ ਕਰਤ ਹੈ? ਕਿਉਂਕਿ ਉਸ ਦੇ ਉੱਤੇ ਮਾਇਆ ਦਾ ਅਸਰ ਹੈ। ਇਹ ਮਾਇਆ ਦਾ ਅਸਰ ਹੈ। ਜਦੋਂ ਕੁਛ ਪਾਉਂਦਾ ਹੈ ਤੇ ਗਰਭ ਕਰਦਾ ਹੈ, ਮਾਇਆ ਦਾ ਅਸਰ ਹੈ। ਹੁਣ ਉੱਥੇ ਉਹਨਾਂ ਨੇ ਕੀ ਕਿਹਾ? ਜਬ ਕਿਛ ਪਾਵਤ, ਕੋਈ ਵੀ ਵਸਤੂ ਭਾਵੇਂ ਪੱਲੇ ਧੇਲਾ ਵੀ ਨਾ ਹੋਵੇ, ਪਰ ਫਿਰ ਵੀ ਉਹ ਹਉਮੈ ਕਰੇ ਕਿ ਮੈਂ ਤਾਂ PhD ਕਰ ਲਈ, ਮੇਰੇ ਕੋਲ ਤਾਂ ਡਿਗਰੀਆਂ ਬੜੀਆਂ ਵਧੀਆ ਨੇ, ਉਹ ਮਾਇਆ ਰੂਪ ਹੋ ਜਾਏਗਾ। ਜ਼ਰੂਰੀ ਨਹੀਂ ਕਿ ਕੋਲ ਕਰੰਸੀ ਹੋਏਗੀ, ਪੈਸਾ ਹੋਏਗਾ ਤਾਂ ਹੀ। ਪੈਸਾ ਭਾਵੇਂ ਧੇਲਾ ਵੀ ਨਾ ਹੋਵੇ, ਛਾਤੀਆਂ ਠੋਕ ਠੋਕ ਕੇ ਕਹਿੰਦਾ ਮੇਰੀ ਤਾਂ ਜਾਤ ਫਲਾਣੀ ਹੈ ਜੀ, ਮੈਂ ਤਾਂ ਬੜੀ ਵੱਡੀ ਜਾਤ ਦਾ, ਉਹ ਮਾਇਆ ਰੂਪ ਹੋ ਜਾਏਗੀ। ਜਿਸ ਵਕਤ ਮਨੁੱਖ ਜਬ ਕੁਛ ਪਾਵਤ ਤਬ ਗਰਭ ਕਰਤ ਹੈ, ਇਹ ਮਾਇਆ ਦੇ ਵਿੱਚ ਲਿਪਤ ਹੋਣ ਦੀ ਉਹ ਅਵਸਥਾ ਹੈ। ਹੁਣ ਸਤਿਗੁਰ ਨੇ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਆਪਾਂ ਆਪਣੀ ਦੁਕਾਨ ਨਹੀਂ ਕਰਨੀ। ਆਫਟਰ ਆਲ ਸਾਰਾ, ਕਿਉਂਕਿ ਪਾਤਸ਼ਾਹ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਮਾਇਆ ਗੁਜ਼ਰਾਨ ਦੀ ਉਹ ਅਵਸਥਾ, ਜਿਸ ਅਵਸਥਾ ਦੇ ਵਿੱਚ ਗੁਰਸਿੱਖ ਦੇ ਕੋਲ ਹਰ ਕੁਝ ਹੋਏਗਾ, ਸਭ ਕੁਝ ਹੁੰਦਿਆਂ ਹੋਇਆਂ ਵੀ, ਲੇਕਿਨ ਕੀ ਚੀਜ਼ ਨਹੀਂ ਹੋਏਗੀ? ਉਸ ਦੇ ਕੋਲ ਜੋ ਵੀ ਕੁਛ ਹੈ ਉਸ ਦੀ ਹਉਮੈ ਨਹੀਂ ਹੋਏਗੀ। ਹਰ ਕੁਝ ਹੋਏਗਾ। ਮਾਇਆ ਕਮਾਉਣ ਦਾ ਤਰੀਕਾ ਔਰ ਖਰਚਣ ਦਾ ਤਰੀਕਾ ਕੀ ਹੈ, ਇਸ ਦੇ ਨਾਲ ਸੰਬੰਧਿਤ ਹੈ। ਤਾਂ ਬਾਬਾ ਰਵਿਦਾਸ ਕਹਿੰਦੇ ਜਬ ਕਿਛ ਪਾਵਤ ਤਬ ਗਰਭ ਕਰਤ ਹੈ, ਇਹ ਮਾਇਆ ਦਾ ਅਸਰ ਹੈ। ਮਾਇਆ ਗਈ ਤਾਂ ਰੋਵਨ ਲਗਤ ਹੈ, ਇਹ ਮਾਇਆ ਦਾ ਅਸਰ ਹੈ। ਜਿਸ ਵਕਤ ਕਿਸੇ ਚੀਜ਼ ਨੂੰ ਗਵਾ ਦੇਣ ਤੋਂ ਬਾਅਦ, ਹੁਣ ਜ਼ਾਹਿਰ ਤੌਰ ਉੱਪਰ ਆਪ ਇੱਕ ਗੱਲ ਨੋਟ ਕਰਿਓ, ਹੁਣੇ 12 ਵਜੇ ਆਪਾਂ ਅਰਦਾਸ ਕਰਾਂਗੇ। ਅਰਦਾਸ ਦੇ ਵਿੱਚ ਆਪਾਂ ਇਹ ਜ਼ਰੂਰ ਕਹਾਂਗੇ ਕਿ ਨਵਾਂ ਵਰ੍ਹਾ ਚੜ੍ਹਨ ਵਾਲਾ ਹੈ, ਔਰ ਨਵੇਂ ਵਰ੍ਹੇ ਦੇ ਵਿੱਚ ਸਤਿਗੁਰ ਕਿਰਪਾ ਕਰੀ, ਸਾਰਿਆਂ ਉੱਪਰ ਮਿਹਰ ਕਰੀ।
ਮਿਹਰ ਦੀ ਨਿਗਾਹ ਕਰੀ, ਮਿਹਰ ਦ੍ਰਿਸ਼ਟੀ ਕਰੀ, ਸਾਰਿਆਂ ਨੂੰ ਸੁੱਖ ਦੇਈ। ਜ਼ਾਹਿਰ ਤੌਰ ਪਰ ਆਪਾਂ ਇਹੀ ਕਰਾਂਗੇ ਨਾ, ਹੋਰ ਕਰਨਾ ਵੀ ਚਾਹੀਦਾ ਹੈ। ਲੇਕਿਨ ਆਪ ਇੱਕ ਗੱਲ ਨੋਟ ਕਰਨਾ ਕਿ ਆਪਾਂ ਸਤਿਗੁਰ ਦੇ ਅੱਗੇ ਜਦੋਂ ਅਰਦਾਸ ਕਰਦੇ ਹਾਂ ਨਾ ਕਿ ਭਾਣਾ ਮੰਨਣ ਦਾ ਬਲ ਦੇਈ, ਉਦੋਂ ਆਪਾਂ ਇੱਕੋ ਵਕਤ ਕਰਦੇ ਹਾਂ ਜਦੋਂ ਵਿਛੋੜਾ ਹੋ ਜਾਂਦਾ, ਕੋਈ ਸੰਸਾਰ ਤੋਂ ਸਾਡਾ ਜੀਵ ਪਿਆਰਾ ਚਲਾ ਜਾਂਦਾ, ਉਦੋਂ ਹੀ ਕਹਿੰਦੇ ਹਾਂ। ਹੋਰ ਕਦੀ ਨਹੀਂ ਕਹਾਂਗੇ ਆਪਾਂ। ਅੱਛਾ, ਉਦੋਂ ਕਦੋਂ ਕਿਉਂ ਕਹਿੰਦੇ ਆ? ਕਿਉਂਕਿ ਉਦੋਂ ਫਿਰ ਸਾਡਾ ਕੋਈ ਚਾਰਾ ਨਹੀਂ ਹੈ। ਹੁਣ ਚਲਿਆ ਗਿਆ, ਇਸ ਨੂੰ ਆਪਾਂ ਜੀਵਿਤ ਤਾਂ ਕਰ ਨਹੀਂ ਸਕਦੇ। ਜਿੰਨੀ ਦੇਰ ਤੱਕ ਜਿਉਂਦਾ ਆਪਾਂ ਉਪਚਾਰ ਕਰ ਰਹੇ ਹਾਂ, ਇਲਾਜ ਕਰ ਰਹੇ ਹਾਂ। ਇਸ ਕਰਕੇ ਉਨੀ ਦੇਰ ਤੱਕ ਇਹ ਨਹੀਂ ਕਹਿੰਦੇ ਕਿ ਭਾਣਾ ਮੰਨਣ ਦਾ ਬਲ ਬਖਸ਼ੀ। ਅਸਲ ਵਿੱਚ ਸਤਿਗੁਰੂ ਜੀ ਸਾਨੂੰ ਗੱਲ ਕਿਹੜੀ ਸਮਝਾਉਣਾ ਚਾਹੁੰਦੇ ਨੇ? ਪਾਤਸ਼ਾਹ ਕਹਿੰਦੇ ਨੇ ਹਰ ਅਵਸਥਾ ਦੇ ਵਿੱਚ ਉਸ ਇੱਕ ਅਕਾਲ ਪੁਰਖ ਦੇ ਹੁਕਮ ਨੂੰ, ਭਾਣੇ ਨੂੰ ਪਹਿਚਾਨਣਾ। ਜਿਸ ਵਕਤ ਮਨੁੱਖ ਜਨਮਦਾ, ਬੱਚਾ ਜਨਮਦਾ, ਉਸ ਵਕਤ ਆਪਾਂ ਭਾਣੇ ਦੀ ਕਦੀ ਗੱਲ ਨਹੀਂ ਕੀਤੀ ਕਿ ਤੇਰੇ ਭਾਣੇ 'ਚ ਆਇਆ। ਉਸ ਵਕਤ ਆਪਾਂ ਸਿੱਧਾ ਹੀ ਹਾਲ ਬੁੱਕ ਕਰਾਉਂਦੇ ਹਾਂ, ਭੰਗੜੇ ਪਾਉਂਦੇ ਹਾਂ, ਢੋਲਕ ਵਜਾਉਂਦੇ ਹਾਂ, ਡਰਮ ਵਜਾਉਂਦੇ ਹਾਂ। ਉਸ ਵਕਤ ਤਾਂ ਸਿੱਧੀ ਸਪਸ਼ਟ ਗੱਲ ਕਰਦੇ ਹਾਂ। ਅਤੇ ਸਤਿਗੁਰ ਕਹਿੰਦੇ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾ। ਜਾ ਤਿਸ ਭਾਣਾ, ਸਤਿਗੁਰ ਨੇ ਸਾਰੀ ਗੱਲ ਭਾਣੇ ਦੇ ਨਾਲ ਜੋੜੀ ਇਸ ਕਰਕੇ ਕਿ ਮਨੁੱਖ ਉਸ ਨੂੰ ਸਮਝ ਸਕੇ, ਉਸ ਅਕਾਲ ਪੁਰਖ ਦੀ ਜਿਸ ਭਾਵਨਾ ਦੇ ਅਧੀਨ ਆਪਾਂ ਜਿਉਣਾ, ਉਹ ਹੁਕਮ ਭਾਵਨਾ ਹੈ। ਉਹ ਭਾਵਨਾ ਜਿਸ ਭਾਵਨਾ ਦੇ ਵਿੱਚ ਦਿਨ ਕੋਈ ਵੀ ਚੜ੍ਹੇ, ਰੁੱਤ ਕੋਈ ਵੀ ਹੋਵੇ, ਮੌਸਮ ਕੋਈ ਵੀ ਹੋਵੇ, ਲੇਕਿਨ ਹਰ ਦਿਨ, ਹਰ ਰੁੱਤ, ਹਰ ਮੌਸਮ, ਸਤਿਗੁਰੂ ਜੀ ਰੁੱਤ ਦੀ ਵੀ ਗੱਲ ਕਰਦੇ ਨੇ, ਸਾ ਰੁੱਤ ਸੁਹਾਵੀ ਜਿਤ ਤੁਧ ਸੰਭਾਲੀ। ਆਪਾਂ ਹਰ ਭਾਵਨਾ ਦੇ ਵਿੱਚ ਉਸ ਇੱਕ ਅਕਾਲ ਪੁਰਖ ਦੇ ਹੁਕਮ ਨੂੰ ਪਹਿਚਾਨਣਾ, ਦਿਨ ਕੋਈ ਵੀ ਹੋਵੇ। ਇਸ ਕਰਕੇ ਪਾਤਸ਼ਾਹ ਨੇ ਸਪਸ਼ਟ ਰੂਪ ਦੇ ਵਿੱਚ ਸਾਨੂੰ ਇਹ ਗੱਲ ਸਮਝਾ ਦਿੱਤੀ ਹੈ ਕਿ ਜਿਸ ਵਕਤ ਮਨੁੱਖ ਇਸ 12 ਮਾਹ ਦੀ ਅਵਸਥਾ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਜਾਏਗਾ, ਠੀਕ ਭਾਵਨਾ ਦੇ ਨਾਲ ਸਮਝ ਜਾਏਗਾ, ਉਸ ਵਕਤ ਆ ਰੁੱਤਾਂ ਨਫੀ ਹੋ ਜਾਣਗੀਆਂ। ਗਰਮੀ ਹੋਵੇ, ਸਰਦੀ ਹੋਵੇ, ਸਾਨੂੰ ਕੀ ਮਤਲਬ ਉਹਦੇ ਨਾਲ? ਕਿ ਆਪਾਂ ਗਰਮੀ ਦੇ ਵਿੱਚ ਨਿਤਨੇਮ ਕਰਦੇ ਹਾਂ? ਤਾਂ ਖਿਮਾ ਕਰਨੀ ਹੈ ਕਿ ਆਪਾਂ ਸਿਰਫ ਸੰਗਰਾਂਦ ਵਾਲੇ ਦਿਨ ਨਿਤਨੇਮ ਕਰਦੇ ਹਾਂ। ਲੇਕਿਨ ਐਸਾ ਸਮਝ ਲੈਂਦੇ ਆਪਾਂ ਕਿ ਸ਼ਾਇਦ ਅੱਜ ਸੰਗਰਾਂਦ ਹੈ, ਅੱਜ ਗੁਰਦੁਆਰੇ ਜਾਣਾ ਜ਼ਰੂਰੀ ਹੈ, ਬਾਕੀ ਦਿਨ ਕਿਉਂ ਨਹੀਂ? ਤਾਂ ਫਿਰ ਕੀ ਆਪਾਂ ਸੰਗਰਾਂਦ ਵਾਲੇ ਦਿਨ ਸਕੂਲ ਜਾਂਦੇ ਹਾਂ, ਜਾਂ ਸੰਗਰਾਂਦ ਵਾਲੇ ਦਿਨ ਆਪਣੀ ਦੁਕਾਨ ਖੋਲ੍ਹਦੇ ਹਾਂ, ਜਾਂ ਸੰਗਰਾਂਦ ਵਾਲੇ ਦਿਨ ਫੈਕਟਰੀ ਖੋਲ੍ਹਦੇ? ਤਾਂ ਜ਼ਾਹਿਰ ਤੌਰ ਪਰ ਜਿਹੜੀ ਸਿੱਖ ਦੀ ਸਤਿਗੁਰ ਨੇ ਭਾਵਕ ਅਵਸਥਾ ਦੱਸੀ ਹੈ ਨਾ, ਆਤਮਿਕ ਪੱਖੋਂ, ਉਹ ਨਿਤਾ ਪ੍ਰਤੀ ਹਰ ਪਲ, ਹਰ ਘੜੀ ਉਸ ਭਾਣੇ ਨੂੰ, ਉਸ ਹੁਕਮ ਨੂੰ ਸਮਝ ਕੇ ਉਸ ਭਾਣੇ ਦੇ ਅਧੀਨ ਰਹਿਣਾ। ਇਸ ਕਰਕੇ ਪਾਤਸ਼ਾਹ ਨੇ ਗੱਲ ਸ਼ੁਰੂ ਕੀਤੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਔਰ ਫਿਰ ਪਾਤਸ਼ਾਹ ਨੇ ਗੱਲ ਮੁਕਾਈ ਕਿੱਥੇ? ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਮਾਹ ਦਿਵਸ ਮਹੂਰਤ ਭਲੇ, ਮਾਹ ਮਹੀਨੇ ਦਿਵਸ ਦਿਹਾੜੇ ਸਭ ਚੰਗੇ ਨੇ, ਮਹੂਰਤ ਸਭ ਚੰਗੇ ਨੇ। ਜਿਸ ਵਕਤ, ਕਿਉਂਕਿ ਸਤਿਗੁਰ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਦੇ ਨਾਲ ਸਾਨੂੰ ਸਮਝਾ ਦਿੱਤਾ ਹੈ, ਸਾਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਜਿਸ ਦਿਨ ਵਿਸਰੇ ਪਾਰ ਬ੍ਰਹਮ, ਜਿਸ ਦਿਨ ਵਿਸਰ ਜਾਏਗਾ। ਤੋ ਇਸ ਕਰਕੇ ਹੁਣ ਆਪਾਂ ਇਹ ਯਾਦ ਕਰਨਾ ਕਿ ਆਪਾਂ ਮਨਾਉਣਾ ਦਿਨ ਹੈ ਜਾਂ ਆਪਾਂ ਮਨਾਉਣਾ ਗੁਰੂ ਨੂੰ ਹੈ। ਇਸ ਕਰਕੇ ਕੋਈ ਦਿਨ, ਕੋਈ ਤੀਜ, ਕੋਈ ਤਿਉਹਾਰ, ਕੋਈ ਕੁਝ ਵੀ ਹੋਵੇ, ਸਾਡੇ ਵਾਸਤੇ ਭਰਪੂਰ ਅਹਿਮੀਅਤ ਤਾਂ ਹੀ ਰੱਖਦਾ ਹੈ ਜੇ ਆਪਾਂ ਇੱਕ ਅਕਾਲ ਪੁਰਖ ਨੂੰ ਉਸ ਦਿਨ ਵੀ ਯਾਦ ਕਰਦੇ ਹਾਂ, ਤਾਂ ਇਸ ਭਾਵਨਾ ਦੇ ਨਾਲ ਯਾਦ ਕਰਦੇ ਹਾਂ ਕਿ ਅੱਜ ਜੇ ਗੁਰੂ ਯਾਦ ਆਇਆ ਤਾਂ ਗੁਰੂ ਹਮੇਸ਼ਾ ਹੀ ਮਨ ਵਿੱਚ ਵਸ ਜਾਵੇ। ਕਿਉਂਕਿ ਆਖਰੀ ਗੱਲ ਕਰਕੇ ਮੈਨੂੰ ਹੁਕਮ ਹੋ ਗਿਆ, ਮੈਂ ਸਮਾਪਤੀ ਕਰਾਂ। ਮੈਨੂੰ ਇੱਕ ਪ੍ਰਸ਼ਨ ਪੁੱਛਿਆ ਗਿਆ ਯੂਨੀਵਰਸਿਟੀ ਦੇ ਵਿੱਚ, ਔਰ ਪ੍ਰਸ਼ਨ ਬੜਾ ਪਿਆਰਾ ਸੀ, ਕਿਉਂਕਿ ਆਪਾਂ ਸਿਮਰਨ ਦੀ ਭਾਵਨਾ ਨੂੰ ਵੀ ਅੱਜ ਵੀ ਨਹੀਂ ਸਮਝੇ। ਕੋਈ ਇੱਧਰੋਂ ਸਿਰ ਮਾਰ ਰਿਹਾ, ਕੋਈ ਉੱਧਰੋਂ ਸਿਰ ਮਾਰ ਰਿਹਾ, ਕੋਈ ਉੱਧਰੋਂ ਕਰ ਰਿਹਾ। ਕੋਈ ਸਿਮਰਨ ਅਸਲ ਦੇ ਵਿੱਚ ਹੈ ਕਿ ਇੱਕ ਸਹਿਜ ਉਹ ਅਵਸਥਾ। ਤਾਂ ਮੈਨੂੰ ਇੱਕ ਬੱਚੀ ਨੇ, ਮੈਂ ਯੂਨੀਵਰਸਿਟੀ ਦੇ ਵਿੱਚ ਟ੍ਰੇਨਿੰਗ ਦੇਣ ਗਿਆ ਸੀ, ਦਿੱਲੀ ਯੂਨੀਵਰਸਿਟੀ ਦੀ ਗੱਲ, ਇੱਕ ਬੱਚੀ ਨੇ ਮੈਨੂੰ ਪ੍ਰਸ਼ਨ ਕੀਤਾ, ਕਹਿੰਦੀ ਹੈ ਕਿ ਸਿਮਰਨ ਕਰਨ ਦੇ ਨਾਲ ਕੀ ਦੁੱਖ ਦੂਰ ਹੋ ਜਾਏਗਾ? ਆਪਾਂ ਜਿਹੜੀ ਗੱਲ ਨੂੰ ਸਮਝਣਾ ਹੈ ਨਾ, ਉਹ ਇਹ ਸਮਝਣਾ ਕਿ ਜਿਹੜੇ ਦੁੱਖ ਸੁੱਖ ਨੇ ਨਾ, ਇਸ ਸੰਸਾਰ ਦੇ ਵਿੱਚ ਜਿਹੜੇ ਪ੍ਰਭੂ ਦੀ ਭਾਵਨਾ, ਜਿਹੜੇ ਸਾਡੇ ਕੀਤੇ ਕਰਮਾਂ ਦੇ ਮੁਤਾਬਕ ਆਣੇ ਹੀ ਆਣੇ ਨੇ। ਲੇਕਿਨ ਸਿੱਖ ਨੇ ਕੀ ਕਰਨਾ? ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਇੱਕ ਬਰਾਬਰ। ਹੁਣ ਮੈਨੂੰ ਉਹਨੇ ਪ੍ਰਸ਼ਨ ਨੇ ਕੀਤਾ, ਉਹ ਕਹਿਣ ਲੱਗੀ ਕਿ ਸਿਮਰਨ ਕਰਨ ਦੇ ਨਾਲ ਕਿ ਦੁੱਖ ਦੂਰ ਹੋ ਜਾਏਗਾ? ਮੈਂ ਕਿਹਾ ਰੱਤੀ ਭਰ ਵੀ ਦੂਰ ਨਹੀਂ ਹੋਏਗਾ। ਕਿਉਂਕਿ ਆਪਾਂ ਕਰਦੇ ਕੀ ਹਾਂ? ਆਪਾਂ ਗੁਰਦੁਆਰੇ ਆ ਕੇ ਸਤਿਗੁਰ ਦੀ ਬਾਣੀ ਦੀ ਭਾਵਨਾ ਨੂੰ ਨਹੀਂ ਸਮਝਦੇ, ਸਗੋਂ ਵਿਕਾਰਾਂ ਨੂੰ ਭੜਕਾ ਦਿੰਦੇ ਹਾਂ। ਜੀ ਇੱਥੇ ਆਵਾਂਗੇ ਤਾਂ ਆਹ ਮਿਲ ਜਾਏਗਾ, ਉਹ ਮਿਲ ਜਾਏਗਾ। ਜਿਹੜੀ ਗੱਲ ਸਤਿਗੁਰ ਨੇ ਸਮਝਾਈ ਹੈ, ਮਿਲੇਗਾ ਆਪਣੇ ਕਰਮਾਂ ਦੇ ਮੁਤਾਬਕ ਦੁੱਖ ਸੁੱਖ। ਆਪਾਂ ਇੱਕ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਕੇ ਆਪਣੇ ਆਪ ਨੂੰ ਇੱਕ ਸਾਰ ਰੱਖਣਾ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਤੋ ਕਹਿਣ ਲੱਗੀ ਜੀ ਮੇਰੀ ਜ਼ਿੰਦਗੀ ਤਾਂ ਦੁੱਖਾਂ ਦੀ ਪਹਾੜ ਬਣ ਚੁੱਕੀ ਹੈ, ਇਹ ਪਹਾੜ ਫਿਰ ਸਿਮਰਨ ਕਰਨ ਦੇ ਨਾਲ ਹਟੇਗਾ ਨਹੀਂ? ਮੈਂ ਕਿਹਾ ਬਿਲਕੁਲ ਨਹੀਂ ਹਟੇਗਾ, ਜਰਾ ਜਿੰਨਾ ਵੀ ਨਹੀਂ ਹਟੇਗਾ। ਕਿਉਂਕਿ ਮੈਨੂੰ ਪਤਾ ਸੀ ਉਹ ਅਗਲਾ ਪ੍ਰਸ਼ਨ ਮੇਰੇ ਕੋਲ ਪੁੱਛੇਗੀ ਕਿ ਫਿਰ ਸਿਮਰਨ ਕਰਨ ਦਾ ਲਾਭ ਕੀ ਹੈ। ਮੈਂ ਉਹਨੂੰ ਕਿਹਾ ਕਿ ਤੂੰ ਸਿਮਰਨ ਸਮਝਦੀ ਹੈ ਕਿ ਸਿਮਰਨ ਹੈ ਕੀ ਹੈ? ਹੁਣ ਜ਼ਾਹਿਰ ਤੌਰ ਉੱਪਰ ਆਪਾਂ ਰਟਣਾ ਆਪਾਂ ਉੱਠਣਾ ਹੈ, ਠੀਕ ਹੈ, ਪਰ ਸਾਰੇ ਕਰਮ ਕਰਨੇ ਨੇ। ਸਵੇਰੇ ਅੰਮ੍ਰਿਤ ਵੇਲੇ ਜਾਗਣਾ ਹੈ, ਵਾਹਿਗੁਰੂ ਦਾ ਨਾਮ ਸਿਮਰਨਾ ਹੈ, ਉਹ ਵੀ ਸਿਮਰਨ ਹੈ। ਲੇਕਿਨ ਅੱਠੀ ਪੈਰੀ ਸਵਾਸੀ ਸਵਾਸ ਸਿਮਰਨ, ਜਿਹਨੂੰ ਸਤਿਗੁਰ ਨੇ ਅਜੱਪਾ ਜਾਪ ਕਿਹਾ, ਇੱਕ ਬੜਾ ਲੰਬਾ ਵਿਸ਼ਾ ਹੈ। ਆ ਤੁਸੀਂ ਹੱਥ ਤੁਹਾਡੇ ਖੁੱਲ੍ਹੇ ਹੈ ਨਾ,
ਇਹਨਾਂ ਨੂੰ ਤੁਸੀਂ 24 ਘੰਟੇ ਖੁੱਲੇ ਰੱਖੋ, ਇਹ ਥੱਕਣਗੇ ਨਹੀਂ, ਪਰ ਤੁਸੀਂ ਇਹਨਾਂ ਨੂੰ ਬੰਦ ਕਰ ਦਿਓ ਮੁੱਠੀ, ਇਹ ਕਿੰਨੀ ਦੇਰ ਤੱਕ ਕਰ ਸਕੋਗੇ? ਅੱਧਾ ਘੰਟਾ, ਘੰਟਾ, ਫਿਰ ਥੱਕ ਜਾਣਗੇ। ਤਾਂ ਜਿਹੜੀ ਚੀਜ਼ ਆਪਾਂ ਸਿਰ ਮਾਰ ਕੇ ਇੱਧਰ ਉੱਧਰ ਕਰ ਰਹੇ ਹੋ, ਕਿੰਨੀ ਦੇਰ ਕਰ ਸਕਦੇ ਹਾਂ? ਘੰਟਾ, ਡੇਢ ਘੰਟਾ, 2 ਘੰਟਾ। ਅਤੇ ਜਿਹੜੀ ਸਹਿਜ ਅਵਸਥਾ ਵਿੱਚ ਸਿਮਰਨ ਹੈ ਨਾ, ਉਹ ਕੀ ਹੈ ਕਿ ਆਪਣੇ ਆਪ ਨੂੰ ਇੱਕ ਅਕਾਲ ਪੁਰਖ ਦੇ ਅੱਗੇ ਸਹਿਜ ਭਾਵਨਾ ਵਿੱਚ ਸਮਰਪਣ ਕਰ ਦੇਣਾ। ਅਤੇ ਉਹਨੇ ਫਿਰ ਮੈਨੂੰ ਪ੍ਰਸ਼ਨ ਪੁੱਛਿਆ ਕਿ ਫਿਰ ਸਿਮਰਨ ਕਰਨ ਦਾ ਲਾਭ ਕੀ ਹੈ? ਮੈਂ ਕਿਹਾ ਸਿਮਰਨ ਕਰਨ ਦਾ ਲਾਭ ਇਹ ਹੈ ਕਿ ਤੂੰ ਆਪੇ ਕਿਹਾ ਕਿ ਤੇਰੀ ਜ਼ਿੰਦਗੀ ਪਹਾੜ ਜਿੰਨੇ ਤੇਰੀ ਜ਼ਿੰਦਗੀ ਵਿੱਚ ਦੁੱਖ ਨੇ, ਅਤੇ ਤੂੰ ਮੈਨੂੰ ਪੁੱਛਿਆ ਕਿ ਪਹਾੜ ਹਟ ਜਾਏਗਾ। ਮੈਂ ਕਿਹਾ ਉਹ ਪਹਾੜ ਹਟ ਨਹੀਂ ਜਾਏਗਾ। ਹੋਏਗਾ ਕਿ ਜੇ ਤੂੰ ਸਿਮਰਨ ਕਰਨ ਦੀ ਜਾਚ ਸਿੱਖ ਗਈ ਤਾਂ ਸਿਮਰਨ ਤੈਨੂੰ ਪਹਾੜ ਉੱਪਰ ਚੜ੍ਹਨ ਦਾ ਔਰ ਪਹਾੜ ਪਾਰ ਕਰਨ ਦਾ ਵੱਲ ਦੇਵੇਗਾ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਇਸ ਸਿਮਰਨ ਦੀ ਸ਼ਕਤੀ ਹੈ, ਤਾਕਤ ਹੈ, ਜੇ ਕੋਈ ਸਮਝ ਸਕੇ ਤਾਂ। ਆਪਾਂ ਹਰ ਪਲ ਹਰ ਘੜੀ ਉਸ ਇੱਕ ਅਕਾਲ ਪੁਰਖ ਦੇ ਅੱਗੇ ਆਪਣੀ ਸਮਰਪਣਾ ਕਰਨੀ ਹੈ, ਕਹਿ ਕੇ ਕਿ ਸਤਿਗੁਰੂ ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਇਹ ਵਿਸ਼ਾ ਬਹੁਤ ਲੰਬਾ ਸੀ, ਲੇਕਿਨ ਮੈਨੂੰ ਸਮਾਪਤੀ ਦਾ ਹੁਕਮ ਹੋਇਆ, ਤਾਂ ਇੱਥੇ ਹੀ ਮੈਂ ਸਮਾਪਤ ਕਰਦਾ। ਫਿਰ ਕਦੀ ਇਸ ਵਿਸ਼ੇ ਦੇ ਉੱਤੇ ਜਾਂ ਕਿਸੇ ਹੋਰ ਵਿਸ਼ੇ ਉੱਤੇ ਸਮਾਂ ਮਿਲਿਆ ਤਾਂ ਆਪਾਂ ਭਰਪੂਰ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਗੁਰਮਤਿ ਅਧਿਐਨ ਦਾ ਵਿਸ਼ਾ ਹੈ। ਗੁਰਮਤਿ ਅਧਿਐਨ ਦੀ ਮੰਗ ਕਰਦੀ ਹੈ, ਔਰ ਅਧਿਐਨ ਸਾਨੂੰ ਇਹ ਦੱਸਦਾ ਹੈ ਕਿ ਹਰ ਦਿਨ ਸਾਡੇ ਲਈ ਚੰਗਾ ਹੈ ਜੇ ਵਾਹਿਗੁਰੂ ਪ੍ਰਭੂ ਸਾਡੇ ਚਿੱਤ ਵਿੱਚ ਹੈ, ਅਨਿਅਥਾ ਫਿੱਟ ਭਲੇਰੀ ਰੁੱਤ ਵਾਲੀ ਗੱਲ ਹੈ। ਤਾਂ ਇਸ ਲਾਈਨ ਨੂੰ ਪੜ੍ਹ ਕੇ ਆਪਾਂ ਗੱਲ ਨੂੰ ਸਮਾਪਤ ਕਰਦੇ ਹਾਂ। ਨਾਨਕ ਸਾਈ ਦਿਵਸ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵੀਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਆਪਾਂ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਹਿਰਦੇ ਵਿੱਚ ਵਸੇ, ਸਤਿਗੁਰ ਜੋ ਤੂੰ ਦੇਵੇ, ਦੁੱਖ ਦੇਵੇ, ਸੁੱਖ ਦੇਵੇ, ਮੇਰੇ ਕਰਮਾਂ ਦੇ ਮੁਤਾਬਕ ਬਸ ਉਸ ਦੁੱਖ ਸੁੱਖ ਦੇ ਵਿੱਚੋਂ ਮੈਂ ਆਪਣੇ ਕਰਮ ਪਹਿਚਾਣ ਕੇ ਤੇਰੇ ਰਾਹ ਦੇ ਉੱਤੇ ਤੁਰ ਸਕਾਂ, ਤਾਂ ਮੇਰਾ ਨਵਾਂ ਵਰ੍ਹਾ ਮਨਾਇਆ ਸਫਲ ਹੋ ਸਕੇ। ਅਨੇਥਾ ਕੈਲੰਡਰ ਦੇ ਮੁਤਾਬਕ ਕੋਈ ਕਦੋਂ ਮਨਾਏਗਾ, ਕੋਈ ਕਦੋਂ ਮਨਾਏਗਾ, ਜਿਹੜਾ ਜਦੋਂ ਵੀ ਮਨਾਏਗਾ ਆਪਾਂ ਆਪਣੇ ਗੁਰੂ ਨੂੰ ਸਮਰਪਣ ਕਰਕੇ ਹਰ ਰੋਜ਼ ਹੀ ਆਪਣਾ ਨਵਾਂ ਦਿਨ, ਆਪਣਾ ਨਵਾਂ ਵਰ੍ਹਾ ਮਨਾਵਾਂਗੇ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਸਮਾਂ ਸਮਾਪਤ ਹੈ। ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।